ਕੇਂਦਰ ਸਰਕਾਰ ਦੇ ਜਿਹੜਾ ਮੰਤਰੀਆਂ ਦੇ ਵਫਦ ਨਾਲ ਮੀਟਿੰਗ ਸੀ, ਜਦੋਂ ਉਹ ਮੀਟਿੰਗ ਸਮਾਪਤ ਹੋਈ 1:30 ਵਜੇ, ਇਹ ਨੋਟ ਕਰਨ ਵਾਲੀ ਗੱਲ ਹੈ ਵੀ ਉਹਨੂੰ ਇਸ ਸ਼ਰਤ ਤੇ ਹੀ ਗਾਹਾਂ ਆਹ ਮੀਟਿੰਗ ਜਿਹੜੀ ਐਤਵਾਰ ਵਾਲੀ ਮੀਟਿੰਗ ਹੈ ਐਕਸੈਪਟ ਕੀਤੀ ਗਈ ਸੀ। ਬਕਾਇਦਾ ਉੱਥੇ ਜਿਹੜਾ ਸਾਂਝਾ ਲਿਖਤੀ ਜਿਹੜਾ ਬਰੀਫ ਦੇਣਾ ਸੀਗਾ ਪ੍ਰੈਸ ਨੂੰ, ਉਹ ਵੀ ਤੈਅ ਹੋਇਆ, ਜਿਹਦੇ ਵਿੱਚ ਇਹ ਗੱਲ ਬਕਾਇਦਾ ਤੈਅ ਕੀਤੀ ਗਈ ਸੀ ਵੀ ਅਗਲੀ ਮੀਟਿੰਗ ਤਾਂ ਹੋਊਗੀ ਜੇ ਦੋਹਾਂ ਪਾਸਿਆਂ ਤੋਂ ਮਾਹੌਲ ਸਖਾਵਾਂ ਬਣਾਇਆ ਜਾਊਗਾ। ਸਖਾਵਾਂ ਬਣਾਉਣਾ ਕਿਵੇਂ ਬਣਾਇਆ ਜਾ ਸਕਦਾ, ਉਧਰੋਂ ਕਿਵੇਂ ਬਣਾਇਆ ਜਾ ਸਕਦਾ, ਸਾਡੇ ਵਾਲੇ ਪਾਸਿਓਂ ਕਿਵੇਂ ਬਣਾਇਆ ਜਾ ਸਕਦਾ, ਇਹ ਵੀ ਬਕਾਇਦਾ ਗੱਲ ਕੰਕਰੀਟ ਤੈਅ ਹੋ ਗਈ ਸੀ। ਸਾਡੇ ਵੱਲੋਂ ਇਹ ਹੋ ਗਿਆ ਸੀਗਾ ਵੀ ਅਸੀਂ ਜਿਹੜਾ ਗਾਹਾਂ ਆਹ ਰੋਕਾਂ ਹਟਾਉਣ ਵਾਲਾ ਐਕਸ਼ਨ ਹੈ ਜਿਹੜਾ ਅਸੀਂ ਇੱਕ ਵਾਰੀ ਰੋਕ ਲਿਆ, ਬਕਾਇਦਾ ਅਸੀਂ ਆਪਦੇ ਵਲੰਟੀਅਰ ਖੜਾ ਕੇ ਉਹਨਾਂ ਤੱਕਰ ਐਤਵਾਰ ਤੱਕਰ ਇਹ ਜਿਹੜਾ ਰੋਕਾਂ ਦੂਰ ਕਰਨ ਵਾਲਾ ਜਿਹੜਾ ਸਾਡਾ ਐਕਸ਼ਨ ਅਸੀਂ ਉਹਦੇ ਰੋਕਤਾ ਸੀਗਾ 13 ਤਰੀਕ ਨੂੰ, ਉਹਨੂੰ ਅਸੀਂ 18 ਤੱਕਰ ਰੋਕ ਕੇ ਰੱਖਾਂਗੇ। ਸਾਡੇ ਵੱਲੋਂ ਇੰਨੇ ਸੀਗਾ, ਅਸੀਂ ਆਪਦਾ ਜਿਹੜਾ ਉਹ ਕਮਿਟਮੈਂਟ ਸੀਗਾ ਸਾਡਾ ਉਸ ਸਾਂਝੀ ਮੀਟਿੰਗ ਦੇ ਵਿੱਚ, ਅਸੀਂ ਮਤਲਬ 15 ਤੋਂ ਬਾਅਦ 18 ਤੱਕ ਤੁਸੀਂ ਦੇਖਦੇ ਹੋ ਬਕਾਇਦਾ ਸਾਡੇ ਵਲੰਟੀਅਰ ਖੜੇ ਕਰਕੇ ਅਸੀਂ ਰੋਕਾਂ ਹਟਾਉਣ ਵਾਲਾ ਐਕਸ਼ਨ ਰੋਕਿਆ ਹੋਇਆ। ਪਰ ਉਹਨਾਂ ਨੇ ਜਿਹੜੀ ਉਧਰਲੀ ਤਰਫੋਂ ਜਿਹੜਾ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਸਖਾਵਾਂ ਬਣਾਉਣ ਦੀ ਖਾਤਰ, ਉਹਦੇ 'ਚ ਇੱਕ ਤਾਂ ਇਹ ਕਿਹਾ ਗਿਆ ਸੀ ਵੀ ਜਿਹੜਾ ਪ੍ਰੀਵੈਂਟਿਵ ਕਾਰਵਾਈ ਦੇ ਤੌਰ ਤੇ ਅਰੈਸਟਾਂ ਕੀਤੀਆਂ ਨੇ ਹਰਿਆਣੇ 'ਚ ਵੀ ਇਹ ਉੱਥੇ ਜਾ ਨਾ ਸਕਣ, ਸਿਰਫ 57 ਤਹਿਤ ਜਾਂ 144 ਧਾਰਾ ਦੇ ਤਹਿਤ ਉਹ ਸਾਰੀਆਂ ਪ੍ਰੀਵੈਂਟਿਵ ਜਿਹੜੀ ਕਾਰਵਾਈ ਦੇ ਤੌਰ ਡਿਟੇਨ ਕੀਤੇ ਆ ਉਹ ਸਾਰੇ ਬੰਦੇ ਛੱਡੇ ਜਾਣਗੇ। ਦੂਜਾ ਜਿਹੜਾ ਹੈਗਾ ਇੰਟਰਨੈਟ ਹੈ, ਇੱਧਰ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ 3 ਜ਼ਿਲ੍ਹਿਆਂ ਦੇ ਵਿੱਚ ਬੰਦ ਹੋਇਆ ਪਿਆ, ਇੰਟਰਨੈਟ ਬਹਾਲ ਕੀਤਾ ਜਾਊਗਾ। ਜਿਹੜੇ ਆਗੂਆਂ ਦੇ ਜਿਹੜੇ ਮੇਨ ਆਗੂ ਆ ਜਿਹੜੇ ਅਸੀਂ ਬੈਠੇ ਆ ਦੋਨੇ ਫੋਰਮਾਂ ਦੇ, ਇਹਨਾਂ ਦੇ ਜਿਹੜੇ ਅਕਾਊਂਟ ਬੰਦ ਕੀਤੇ ਆ, ਟਵਿੱਟਰ ਅਕਾਊਂਟ ਹੈ ਜਾਂ ਉਹਨਾਂ ਦੇ ਫੇਸਬੁੱਕ ਪੇਜ ਹੈ, ਇੰਸਟਾਗ੍ਰਾਮ ਪੇਜ ਹੈ, ਉਹ ਆਰਗੇਨਾਈਜੇਸ਼ਨਾਂ ਦੇ ਵੀ ਹੈਗੇ, ਸਾਡੇ ਇੰਡੀਵਿਜੂਅਲ ਵੀ ਹੈਗੇ, ਉਹ ਬੰਦ ਕੀਤੇ ਹੋਏ ਨੇ ਤਾਂ ਕਿ ਅਸੀਂ ਇੱਕ ਜਿਹੜਾ ਇੱਧਰਲੇ ਆਪਦਾ ਵਰਸ਼ਨ ਨਾ ਜਾ ਸਕੇ। ਉਹ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕਰਾਂਗੇ, ਪਰ ਹੁਣ ਤੱਕ ਦੀ ਜਿਹੜੀ ਰਿਪੋਰਟ ਸਾਨੂੰ ਮਿਲੀ ਆ, ਨਾ ਤਾਂ ਉਹਨਾਂ ਨੇ ਉਹ ਜਿਹੜੇ ਡਿਟੇਨ ਕੀਤੇ ਬੰਦੇ ਸੀ ਹਰਿਆਣੇ 'ਚ ਉਹ ਵੀ ਨਹੀਂ ਛੱਡੇ, ਜਿਹੜੇ ਉਹਨਾਂ ਨੇ ਨੈੱਟ ਚਾਲੂ ਕਰਨ ਦਾ ਕੀਤਾ ਸੀ ਉਹ ਵੀ ਨਹੀਂ ਹੋਇਆ, ਜਿਹੜੇ ਇੱਧਰੋਂ ਅਕਾਊਂਟ ਬੰਦ ਕਰਨ ਦਾ ਪੇਜ ਬੰਦ ਕਰਨ ਵਾਲਾ ਜਿਹੜਾ ਉਹਨਾਂ ਨੇ ਕੀਤਾ ਸੀ, ਤਿੰਨੇ ਹੀ ਨਹੀਂ ਹੋਏ ਇਹ। ਸੋ ਇਸ ਕਰਕੇ ਇਹ ਤਾਂ ਅਸੀਂ ਅੱਜ ਵਾਲੀ ਮੀਟਿੰਗ ਹੈ ਜਿਹੜੀ ਇਸ ਪੱਖੋਂ ਨਿਰਣਾਇਕ ਹੋਊਗੀ, ਫੈਸਲਾਕੁਨ ਹੋਊਗੀ ਵੀ ਜਿਹੜਾ ਤੁਸੀਂ ਇੱਥੇ ਕਮਿਟਮੈਂਟ ਕਰਕੇ ਜਾਂਦੇ ਹੋ ਤੁਸੀਂ, ਅਸੀਂ ਸੁਹਿਰਦ ਹੈ, ਅਸੀਂ ਉਹਨੂੰ ਇੰਪਲੀਮੈਂਟ ਕੀਤਾ, ਪਰ ਤੁਹਾਡੇ ਵੱਲੋਂ ਇਹ ਕਿਉਂ ਨਹੀਂ ਇੰਪਲੀਮੈਂਟ ਹੋਇਆ? ਫਿਰ ਇੱਥੇ ਕਮਿਟਮੈਂਟ ਕਰਨ ਦਾ ਫਾਇਦਾ ਵੀ ਕੀ ਹੈ? ਗਾਹਾਂ ਨੂੰ ਇਹ ਟਰਸਟ ਕਿਵੇਂ ਵੀ ਬਣੂਗਾ? ਇਸ ਕਰਕੇ ਜਿਹੜੀ ਅੱਜ ਵਾਲੀ ਮੀਟਿੰਗ ਹੈ ਸਾਡੇ ਹਿਸਾਬ ਨਾਲ ਉਹ ਕਾਫੀ ਫੈਸਲਾਕੁਨ ਹੋਊਗਾ ਦੋਨੇ ਧਿਰਾਂ ਲਈ ਜਿਹੜੇ ਅਗਲੇ ਰਾਹ ਉਲੀਕਣ ਦੀ ਖਾਤਰ। ਧੰਨਵਾਦ ਜੀ। ਪੱਤਰਕਾਰ ਦੋਸਤੋ, ਜਿਸ ਤਰ੍ਹਾਂ ਪਿਛਲੀਆਂ 4 ਮੀਟਿੰਗਾਂ ਹੋਈਆਂ ਨੇ ਔਰ ਸਰਕਾਰ ਨੂੰ ਪੂਰੇ ਤੱਥਾਂ ਦੇ ਨਾਲ ਹਰ ਚੀਜ਼ ਜਿਹੜੀ ਆ ਉਹ ਪੇਸ਼ ਕੀਤੀ ਗਈ ਆ, ਇਸ ਕਰਕੇ ਇਸ ਤਰ੍ਹਾਂ ਫੂਜ ਨੇ ਦੱਸਿਆ ਅੱਜ ਦੀ ਮੀਟਿੰਗ ਜਿਹੜੀ ਆ ਬਹੁਤ ਮਹੱਤਵਪੂਰਨ ਆ। ਗੇਂਦ ਜਿਹੜੀ ਆ ਸਰਕਾਰ ਦੇ ਪਾਲੇ ਵਿੱਚ ਆ, ਜੋ ਅਸੀਂ ਉਹਨਾਂ ਨੂੰ ਪੇਸ਼ ਕਰ ਸਕਦੇ ਸੀ ਰਿਪੋਰਟਾਂ ਸਾਰੀਆਂ ਭੇਜਤੀਆਂ ਨੇ। ਉਹਨਾਂ ਨੇ ਟਾਈਮ ਮੰਗਿਆ ਸੀਗਾ 1 ਦਿਨ ਦਾ 2 ਦਿਨ ਦਾ, ਉਹ ਵੀ ਟਾਈਮ ਦੇ ਦਿੱਤਾ, ਲੇਕਿਨ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਜਿਹੜਾ ਵਾ ਟਾਈਮ ਜਿਹੜਾ ਵਾ ਉਹ ਸਰਕਾਰ ਦੇ ਉੱਪਰ ਨਿਰਭਰ ਕਰੂਗਾ ਕਿ ਉਹਦਾ ਰਵੱਈਆ ਕਿਸ ਤਰ੍ਹਾਂ ਦਾ ਹੁੰਦਾ। ਮੇਰੀ ਇੱਕ ਹੀ ਬੇਨਤੀ ਆ ਕਿ ਬਈ ਇਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਬੜੇ ਬੋਲਡ ਡਿਸੀਜਨ ਲੈਣ ਵਾਸਤੇ ਜਾਣਿਆ ਜਾਂਦਾ। ਮੇਰੀ ਬੇਨਤੀ ਹੈ ਕਿ 80 ਕਰੋੜ ਲੋਕ ਇਸ ਅੰਦੋਲਨ ਨਾਲ ਜੁੜੇ ਹੋਏ ਨੇ, 80 ਕਰੋੜ ਲੋਕ ਇਸ ਦੇਸ਼ ਦੇ ਕਿਸਾਨ ਔਰ ਮਜ਼ਦੂਰ ਜਿਹੜੇ ਨੇ, 80 ਕਰੋੜ ਲੋਕਾਂ ਦੀ ਆਵਾਜ਼ ਸੁਣਨੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਜੋ ਵੀ ਅੱਜ ਇਸ ਮੀਟਿੰਗ ਵਿੱਚ ਤੈਅ ਹੋਊਗਾ ਉਸ ਦਾ ਅਗਲਾ ਪ੍ਰੋਗਰਾਮ ਜਿਹੜਾ ਵਾ ਉਹ ਆਪਣੇ ਦੋਨਾਂ ਫੋਰਮਾਂ ਦੀ ਮੀਟਿੰਗ ਕਰਕੇ ਜਿਹੜਾ ਉਹ ਤੈਅ ਕੀਤਾ ਜਾਊਗਾ। ਧੰਨਵਾਦ। ਮੈਂ ਪੱਤਰਕਾਰ ਵੀਰਾਂ ਦੇ ਰਾਹੀਂ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਇੱਥੇ ਆਓ, ਤੁਹਾਡੀ ਹਾਜ਼ਰੀ ਬਹੁਤ ਜ਼ਰੂਰੀ ਹੈ। ਜਿੰਨਾ ਤੁਸੀਂ ਜ਼ਿਆਦਾ ਇੱਥੇ ਪਹੁੰਚੋਗੇ ਉਹਨਾਂ ਸਾਨੂੰ ਜ਼ਿਆਦਾ ਬਲ ਤੇ ਮਜ਼ਬੂਤੀ ਹੈ। ਮੈਂ ਪ੍ਰਧਾਨ ਮੰਤਰੀ ਜਦੋਂ ਸਾਡੇ ਇਲੈਕਸ਼ਨ ਲੜਦੇ ਨੇ ਵੱਡੇ ਵੱਡੇ ਸਾਡੇ ਨਾਲ ਵਾਅਦੇ ਕਰਦੇ ਆ ਵੀ ਮੈਂ ਦੇਸ਼ ਦਾ ਚੌਕੀਦਾਰ ਹਾਂ। ਅੱਜ ਚੌਕੀਦਾਰ ਇੱਕ ਦੂਜੇ ਸੂਬੇ ਦੇ ਦੂਜੇ ਸੂਬੇ 'ਚ ਨਹੀਂ ਜਾਣ ਦੇ ਰਿਹਾ, ਸਾਡੇ ਨਾਲ ਦੂਜੇ ਸ਼ਹਿਰੀਆਂ ਮੁਲਕ ਵਾਲੇ ਵਾਕੂ ਸਾਡੇ ਨਾਲ ਟ੍ਰੀਟਮੈਂਟ ਕਰ ਰਿਹਾ। ਜਿਹੜੇ ਗੋਲੇ ਦੂਜੇ ਮੁਲਕ ਦੇ ਉੱਤੇ ਵਰਤੇ ਜਾਂਦੇ ਆ ਉਹ ਆਪਣੇ ਸ਼ਹਿਰੀਆਂ ਦੇ ਉੱਤੇ ਵਰਤ ਰਿਹਾ ਹੈ, ਜਿਹੜੀ ਪੁਲਿਸ ਨਹੀਂ ਵਰਤ ਸਕਦੀ। ਦੂਸਰਾ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਾਂਗਾ, ਜਿਹੜੀ ਅੱਜ ਮੀਟਿੰਗ ਭੇਜ ਰਿਹਾ ਹੈ, 3 ਸਾਲ ਤੋਂ ਮੀਟਿੰਗਾਂ ਸਾਡੀਆਂ ਹੋ ਰਹੀਆਂ ਨੇ, 2-3 ਰਾਊਂਡ ਹੁਣ ਫਿਰ ਹੋ ਚੁੱਕੀ ਹੈ, ਚੌਥੇ ਰਾਊਂਡ 'ਤੇ ਅੱਜ ਜਾ ਰਹੇ ਨੇ, ਸਾਡਾ ਵਕਤ ਜਾ ਰਿਹਾ ਹੈ ਵੀ ਅਸੀਂ ਇਹ ਚਾਹੁੰਦੇ ਹਾਂ ਸਗਾਵੇਂ ਮਾਹੌਲ 'ਚ ਗੱਲ ਹੋਵੇ, ਪਰ ਉਹਨਾਂ ਨੂੰ ਕੋਈ ਪਾਵਰ ਦੇ ਕੇ ਭੇਜੇ। ਹਰ ਵਾਰ ਖੇਤੀ ਮੰਤਰੀ ਦਾ ਬੜਾ ਵੱਡਾ ਅਹੁਦਾ ਤੇ ਪਦ ਹੁੰਦਾ ਹੈ ਵੀ ਉਹ ਕਹਿ ਦਿੰਦਾ ਵੀ ਮੈਂ ਸਲਾਹ ਕਰਕੇ ਦੱਸਾਂਗਾ, ਵੀ ਉਹਨਾਂ ਨੂੰ ਪਾਵਰ ਦੇ ਕੇ ਭੇਜੇ
ਕੱਲਾ ਨਾਰਾ ਹੀ ਨਾ ਲਾਵੇ ਮੈਂ ਚੌਕੀਦਾਰ ਹਾਂ। ਸਾਡੇ ਕਿਸਾਨ ਤੇ ਜਵਾਨ ਜਿਹੜੇ ਆ ਉਹਨਾਂ ਦੀ ਗੱਲ ਸੁਣੀ ਜਾਵੇ। ਡੱਲੇਵਾਲ ਸਾਹਿਬ ਜਿਹੜਾ ਪਹਿਲਾ ਸਵਾਲ ਇੱਕ ਵਾਰ ਪੁੱਛਿਆ ਸੀ ਜਸਵਿੰਦਰ ਡੱਲੇਵਾਲ ਸਾਹਿਬ ਜਿਹੜਾ ਇਹ ਮੇਰੇ ਪੱਤਰਕਾਰ ਵੀਰ ਨੇ ਇੱਕ ਸਵਾਲ ਕੀਤਾ, ਮੇਰਾ ਉਹਦੇ ਨਾਲ ਹੀ ਇੱਕ ਸਵਾਲ ਹੈ। ਇਹਨਾਂ ਨੇ ਕਿਹਾ ਵੀ ਕੁਝ ਕਿਸਾਨ ਸੰਗਠਨਾਂ ਨੇ ਕਿਹਾ ਵੀ ਸਾਨੂੰ ਨਾਲ ਨਹੀਂ ਲੈ ਕੇ ਗਏ। ਰਕੇਸ਼ ਟਕੈਤ ਦਾ ਕੱਲ ਇੱਕ ਬਿਆਨ ਆਇਆ ਮੀਡੀਆ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਵੀ ਆਪਾਂ ਇਕੱਠੇ ਲੜਾਈ ਲੜਾਂਗੇ, ਪਰ ਉਹਨਾਂ ਨੇ ਨਾਮ ਨਹੀਂ ਕਿਸ ਦਾ ਲਿਆ, ਪਰ ਨਾਲ ਕਿਹਾ ਕਿ ਕੁਝ ਉੱਥੇ ਨਾ ਕਿਸਾਨ ਲੀਡਰ ਐਦਾਂ ਦੇ ਨੇ ਜਿਨ੍ਹਾਂ ਨੂੰ ਐਂ ਲੱਗਦਾ ਕਿ ਅਸੀਂ ਹੀਰੋ ਬਣਨਾ ਹੈ। ਲੜਾਈ ਹੀਰੋ ਬਣਨ ਦੀ ਨਹੀਂ ਹੈ, ਕਿਸੇ ਨੂੰ ਜ਼ੀਰੋ ਕਰਨ ਦੀ ਮਸਲਾ ਨਹੀਂ ਹੈ। ਲੜਾਈ ਹੈ ਮਸਲਿਆਂ ਨੂੰ ਹੱਲ ਕਰਾਉਣ ਦੀ। ਸਵਾਲ ਇਹ ਹੈ ਕਿ ਮੈਂ ਜ਼ਿਆਦਾ ਇਹਨਾਂ ਦੇ ਉੱਤੇ ਟਿੱਪਣੀ ਕਰਨ ਦੀ ਬਜਾਏ ਮੈਂ ਇੰਨੀ ਗੱਲ ਹੀ ਕਹੂੰਗਾ ਕਿ ਜਿਹਨੂੰ ਵੀ ਅੱਜ ਇਹਨਾਂ ਮੰਗਾਂ ਨਾਲ ਦਰਦ ਹੈ, ਕੋਈ ਜ਼ਰੂਰੀ ਤਾਂ ਨਹੀਂ ਕਿ ਸਾਡੇ ਵਿੱਚ ਬਹਿ ਕੇ ਹੀ ਉਹਨਾਂ ਨੇ ਲੜਾਈ ਲੜਨੀ ਹੈ। ਹੋਰ ਬਥੇਰੇ ਤਰੀਕੇ ਨੇ। ਅਗਰ ਉਹਨਾਂ ਨੇ ਲੜਾਈ ਲੜਨੀ ਹੈ, ਜੇ ਕਿਸੇ ਬਾਰਡਰ ਤੇ ਬੈਠਣਾ, ਬਥੇਰੀਆਂ ਸੜਕਾਂ ਨੇ ਦਿੱਲੀ ਨੂੰ ਜਾਣ ਵਾਲੀਆਂ, ਕੋਈ ਹੋਰ ਸੜਕ ਮੱਲ ਕੇ ਬੈਠਿਆ ਜਾ ਸਕਦਾ ਹੈ। ਇਹ ਸਿਰਫ ਮਤਲਬ ਵਾਧੂ ਗੱਲਾਂ ਨੇ। ਜਿਸ ਵੇਲੇ ਦਿੱਲੀ ਦਾ ਅੰਦੋਲਨ ਲੜਿਆ ਜਾ ਰਿਹਾ ਸੀ, ਉਸ ਵੇਲੇ ਭਾਰਤ ਸਰਕਾਰ ਆਪਣੇ ਨਾਲ ਕੁਝ ਮੁਲਕਾਂ ਨੂੰ ਲੈ ਕੇ ਮਨ ਬਣਾ ਚੁੱਕੀ ਸੀਗੀ ਕਿ WTO ਦੇ ਵਿੱਚ ਜਾ ਕੇ ਐਗਰੀਕਲਚਰ ਸੈਕਟਰ ਨੂੰ ਬਾਹਰ ਕਢਵਾਉਣਾ ਹੈ। ਅਪੀਲ ਕਰਾਂਗੇ ਕਿ ਐਗਰੀਕਲਚਰ ਸੈਕਟਰ ਨੂੰ ਬਾਹਰ ਕੱਢੋ, ਔਰ ਐਗਰੀਕਲਚਰ ਸੈਕਟਰ ਨੂੰ ਬਾਹਰ ਕੱਢ ਕੇ ਹੀ MSP ਦਾ, ਡਾਕਟਰ ਸਵਾਮੀਨਾਥਨ ਰਿਪੋਰਟ ਦਾ ਇਹਨਾਂ ਦੇ ਕੁਝ ਕਿਸਾਨਾਂ ਦੀ ਝੋਲੀ 'ਚ ਪੈਣੇ ਆ। ਹੁਣ ਜਦੋਂ ਉਹ ਸਾਰਾ ਕੁਝ ਹੋ ਰਿਹਾ ਹੈ, ਅਸੀਂ ਕੁਝ ਵੀਰ ਇਹ ਕਹਿ ਰਹੇ ਸੀਗੇ ਕਿ ਬੈਠੋ, ਹਜੇ ਬੈਠਣ ਦਾ ਸਮਾਂ ਹੈ। ਉਸ ਵੇਲੇ ਇਹ ਸਵਾਲ ਨੇ ਕਿ ਭਾਈ ਉਦੋਂ ਭੱਜਣ ਦੀ ਲੋੜ ਕੀ ਸੀ, ਅੱਜ ਏਡਾ ਵੱਡਾ ਆ ਦੁਬਾਰਾ ਕਰਨਾ ਹੀ ਨਹੀਂ ਸੀ ਪੈਣਾ, ਅਗਰ ਉਦਾਂ ਹੀ ਇਹ ਮਸਲਿਆਂ ਦਾ ਹੱਲ ਹੋ ਜਾਂਦਾ। ਇਹਨਾਂ ਗੱਲਾਂ ਦੇ ਕੁਝ ਸਵਾਲ ਨੇ, ਆਮੋ ਸਾਹਮਣੇ ਬੈਠ ਕੇ ਹੋਣ ਵਾਲੀਆਂ ਗੱਲਾਂ ਨੇ, ਇਹੋ ਜਿਹੀਆਂ ਗੱਲਾਂ ਨੇ। ਸੋ ਇਹੋ ਜਿਹੀ ਕੋਈ ਗੱਲ ਨਹੀਂ, ਕੋਈ ਹੀਰੋ ਨਹੀਂ ਬਣਨਾ ਚਾਹੁੰਦਾ, ਕੋਈ ਕਿਸੇ ਨੂੰ ਜ਼ੀਰੋ ਨਹੀਂ ਕਰਨਾ ਚਾਹੁੰਦਾ। ਮਸਲਾ ਹੈ ਕਿ ਕਿਸਾਨਾਂ ਦੇ ਇਹ ਮਸਲਿਆਂ ਦਾ ਹੱਲ ਕਰਵਾਉਣਾ ਹੈ। ਡਰ ਲੱਗਦਾ ਹੈ ਕਿ ਜੇ ਪਹਿਲਾਂ ਹੱਲ ਕਰਨ ਦੇ ਨੇੜੇ ਜਦੋਂ ਪਹੁੰਚੇ ਸੀ, ਜੋ ਕਿ ਹਾਲ ਉਦੋਂ ਹੋਇਆ ਮੋਰਚੇ ਦਾ, ਉਹ ਦੁਬਾਰਾ ਨਾ ਹੋ ਜਾਏ। ਡੱਲੇਵਾਲ ਸਾਹਿਬ, ਤੁਸੀਂ ਨਾ ਲਾਸਟ ਟਾਈਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਵੀ ਉਹ ਮੀਟਿੰਗ 'ਚ ਬੈਠਣ, ਕਿਉਂਕਿ ਸਾਡੀਆਂ ਕੁਝ ਮੰਗਾਂ ਸੈਂਟਰ ਦੇ ਨਾਲ ਪੰਜਾਬ ਨਾਲ ਵੀ ਰਿਲੇਟਡ ਨੇ, ਤੇ ਉਹ ਮੰਗਾਂ ਦਾ ਹੁਣ ਕੀ ਸਟੇਟਸ ਹੈ ਜੀ? ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਬੈਠੇ ਸੀ, ਉਹਨਾਂ ਦਾ ਕੀ ਸਟੇਟਸ ਹੈ? ਉਹਨਾਂ ਦਾ ਦੇਖੋ ਗੱਲ ਇਹ ਹੈ, ਜੋ ਮੈਨੂੰ ਲੱਗ ਰਿਹਾ ਹੈ, ਨੀਅਤ ਪੰਜਾਬ ਸਰਕਾਰ ਦੀ ਵੀ ਉਹਨਾਂ ਵਰਗੀ ਹੋਈ ਹੈ। ਕਿਵੇਂ? ਸਾਡੇ ਨਾਲ ਗੱਲਬਾਤ ਹੋਈ ਸੀਗੀ ਕਿ ਜਿਹੜਾ ਇੰਟਰਨੈਟ ਹੈ ਇਸ ਏਰੀਆ 'ਚ ਬੰਦ ਕੀਤਾ ਹੈ, ਇਹਨੂੰ ਬਹਾਲ ਕਰਾਉਣਾ ਹੈ। ਹਜੇ ਤੱਕ ਨਹੀਂ ਬਹਾਲ ਕਰਾ ਸਕੇ। ਇਹ ਸੀਗਾ ਕਿ ਜਿਹੜੇ ਆਗੂਆਂ ਦੇ ਜਾਂ ਜਿਹੜੇ ਤੁਹਾਡੇ ਕੁਝ ਪੱਤਰਕਾਰਾਂ ਦੇ ਪੇਜ ਬੰਦ ਕੀਤੇ ਹੈ, ਇਹਨਾਂ ਨੂੰ ਦੁਬਾਰਾ ਖੋਲ੍ਹਣਾ ਹੈ, ਉਹ ਨਹੀਂ ਦੁਬਾਰਾ ਚਾਲੂ ਕਰਾਏ ਗਏ। ਅਗਲੀ ਗੱਲ ਸਾਡੀ ਇਹ ਸੀਗੀ ਕਿ ਅਸੀਂ ਇੱਥੇ ਜਿਹੜੀ ਆ ਸਾਡੇ ਏਰੀਏ 'ਚ ਬੈਰੀਕੇਡਿੰਗ ਹੋਈ ਹੈ, ਇਹ ਘੱਟੋ ਘੱਟ ਪੰਜਾਬ ਗਵਰਨਮੈਂਟ ਇਹਦੇ ਤੇ ਸੰਗਿਆਨ ਤਾਂ ਲਵੇ। ਇਹ ਸਾਰੀਆਂ ਉਹਨਾਂ ਦੇ ਧਿਆਨ 'ਚ ਲਿਆਉਣੀਆਂ ਸੀ। ਇੱਕ ਅਸੀਂ ਉਸ ਦਿਨ ਇਹ ਵਿਖਾਉਣਾ ਚਾਹੁੰਦੇ ਸੀਗੇ ਕਿ ਐਡੇ ਜਿਹੜੇ ਇੱਥੇ ਮੋਟਾਰ ਚੱਲ ਰਹੇ ਨੇ, ਕੀ ਪੰਜਾਬ ਸਰਕਾਰ ਇਹਦੇ ਤੇ ਕੋਈ ਨੋਟਿਸ ਲਊਗੀ? ਲੇਕਿਨ ਮੈਨੂੰ ਲੱਗ ਰਿਹਾ ਕਿ ਗੋਂਗਲੂਆਂ ਤੋਂ ਮਿੱਟੀ ਝੜੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਰਕਾਰ ਵੱਲੋਂ ਹਜੇ ਕੋਈ संज्ञान नहीं लिया गया। जी साहब, आपने ना ऑर्डिनेंस की बात की थी पिछली बार में, पिछले कल ही, तो उसको लेकर क्या कुछ चर्चा हुई है किसी लेवल पे मंत्रियों के साथ? नहीं, किसी के साथ कोई चर्चा नहीं है। ये एक उनके सवाल का जवाब है। वो लोग ये कहते हैं, जो हमारे लोगों के अंदर भी एक भ्रम फैलाया जा रहा है कि भाई थोड़े समय के अंदर चोन जाब्ता लागू हो जाएगा, कोड ऑफ कंडक्ट लगने के बाद कुछ होगा नहीं। तो हमारा यही कहना है कि इन सब मामलों के ऊपर जो हमारे मामले हैं, जिनके लिए हम लड़ रहे हैं, ये जो MSP की गारंटी का कानून देना है, इसके ऊपर तो एक ऑर्डिनेंस लेकर ही रातों रात ये मामले का हल निकाला जा सकता है। जो दूसरा डॉक्टर स्वामीनाथन की रिपोर्ट लागू करने की बात है, उसके ऊपर एक नोटिफिकेशन करने की जरूरत है और कुछ ही नहीं है। और जो कर्ज मुक्ति है, यही हाल कर्ज मुक्ति का, इसके लिए कोई बहुत ज़्यादा ज़रूरत नहीं है। लेकिन अगर सरकार हमारी ये तो उनकी एक सवाल का जवाब था, लेकिन जो हमारी मांग है वो ये मांग है कि सरकार इस समय भी दोबारा सेशन बुला सकती है।
अगर सरकार की नीयत साफ हो तो। डल्लेवाल साहब, डल्लेवाल साहब, एक सवाल ये है कि जो आपने शुरुआत भी की थी, इसमें क्या भ्रम हटाने की जरूरत नहीं है? जैसे तमाम मीडिया हाउसेज ऐसे हैं जो चला रहे हैं कल से लगातार कि 10 मांगे किसानों की मानी जा चुकी हैं। अब ये जनता के बीच भी जा रहा है जो पंजाब या हरियाणा से दूर के लोग हैं, उनके बीच की 10 मान लिया सरकार ने, इतना बड़ा काम किया मोदी जी ने, अब ये क्यों अड़े हुए हैं? तो क्या अब ये साफ करने की जरूरत नहीं है कि किस पर आप बिल्कुल समझौता करने को नहीं तैयार है? असली मांग क्या है जिससे पीछे नहीं हटेंगे? वेरी गुड, वेरी गुड। सुनिए, सरकार ने जिनके ऊपर सहमति देने की अभी बात नहीं हो रही, जिसके ऊपर सरकार अड़ी हुई है, उनके ऊपर मैं आपका ध्यान दिलवाना चाह रहा हूँ। पहली बात है कि एमएसपी की गारंटी का कानून लेना है, एक बात सभी पत्रकार भाई नोट करें। सेकंड है एमएसपी की गारंटी के कानून के साथ साथ C2+50 के अनुसार फसल का भाव, 2 बातें। तीसरा है किसानों की कर्ज मुक्ति। चौथा है कि पूरे देश को जो इन्होंने बिजली शोध बिल लेकर आए थे उस पूरे के पूरे कानून को ही रद्द किया जाए। आगे वो जो है वो आगे एग्रीकल्चर को WTO से बाहर रखा जाए। बिजली बिल तो आगे ना करना, एग्रीकल्चर सेक्टर को WTO से बाहर रखा जाए, बाहर निकाला जाए, इसके लिए प्रयास किया जाए। आगे जी तो है लैंड एक्विजिशन एक्ट जो 2013 का था, उसको इन्होंने 2015 में तोड़ मरोड़ कर एक उसको क्या कहेंगे मॉडल एक्ट बनाकर स्टेटों को दे दिया। जिन जिन राज्यों में बीजेपी की सरकार है वहाँ पे वो जो एक्ट बना हुआ मॉडल एक्ट उसको लागू किया जा रहा है, उसकी इम्प्लीमेंटेशन हो रही है। हम सवाल ये है कि ये जो मांगे हैं ये सब बाकी पड़ी हैं। सब पत्रकार भाइयों को मैं बता दूं ये सब बाकी पड़ी हैं। माने क्या मैं वो भी बता देता हूं। और वो मांगे नहीं है जो माने हैं, वो तो आंदोलन के दौरान क्रिएट हुई कुछ समस्याएं हैं। आंदोलन के दौरान समस्या क्रिएट हुई कि किसानों के ऊपर, मजदूरों के ऊपर, हमारे सहयोगियों के ऊपर मुकदमे दर्ज हुए। वो मुकदमे वापस लेने थे। उन्होंने कहा था कि तुरंत प्रभाव से सभी मुकदमे वापस ले लेंगे, और अगर वो वापस लेने थे, नहीं लिए, ये कोई मांग नहीं है। नेक्स्ट बात थी कि एमएसपी लखीमपुर खीरी के जो हमारे भाई हैं जो इंजर्ड हुए हैं, उन सभी को 10-10 लाख देना मानी थी सरकार, और वो नहीं दिया। वो कह दिया कि हम उनको दे देंगे। वो कौन सी मांग है? वो तो उसी समय की कमिटमेंट है सरकार की, वो तो उसी समय दे देनी चाहिए थी। लोगों को 3-3 ऑपरेशन करवाने पड़े। और आगे वहीं के ही जो शहीद हुए थे, एक पत्रकार भाई शहीद हुआ था, 4 किसान शहीद हुए थे, उन सब के परिवारों के अंदर एक नौकरी देने का भी वायदा किया गया था, लेकिन उस पर बात वहीं की वहीं अटकी हुई है। मामला ये है कि उनके ऊपर अभी उन्होंने ये मान लिया कि हम वो कर देंगे। इनमें से ये कह दिया कि हम आपका जो पराली का मामला हमारे पूरे देश के अंदर पैदा होता है, पोल्यूशन एक्ट में बड़ी बड़ी किसानों को जुर्माने लगाने का प्रावधान रखा गया था। उसको ये कहा था कि एग्रीकल्चर को उससे बाहर निकालेंगे। वो एक उसी समय हुआ था। बाकी कोई मांगे की जो मानी गई है उनमें से ये है 4 दिन की ऊपर बात हुई है, और कोई किसी के ऊपर कोई बात नहीं हुई। तो ये बात ये मैंने तो उस दिन भी कहा था, बैठक में कहा था मंत्री जी को कि श्रीमान जी आपने कहा है कि हम 90% मांगे मान चुके हैं। अगर 90% मांग मान चुके हैं हमारी, ये एक बार यहाँ पे आकर या प्रेस के सामने आकर वो क्लियर तो कर दो कौन कौन सी 90% मान ली। 12 टोटल मांगे हैं, वो उनमें से 8 तो वहीं के वहीं फंसी हुई हैं। सो ये हालात है, हकीकत सिचुएशन यह, मैं पूरे देश को इस बात को क्लियर करना चाह रहा था। धन्यवाद। एक सवाल डल्लेवाल साहब और है, उसका जवाब आप दे न दें, लेकिन सवाल है। आपने अभी चर्चा की और मैं लगातार लखीमपुर भी देखा, यहाँ भी हूँ। ये समझौते लखीमपुर में या कहीं भी जो समझौते किए, कुछ एक लोग थे जो समझौते किए और कोई समझौता वो पूरा नहीं हुआ है। ऐसे बिना नाम लिए मैं कहूँगा वो लोग इस आंदोलन की तरफ भी निगाह लगाए हुए हैं और इस आंदोलन में भी घुसने की तैयारी में है। आपका सवाल है जो अभी सवाल ये हुआ है कि उनको क्यों नहीं घुसाते। अभी आपने जवाब दे दिया, मेरा कहना मुझे कुछ कहने की जरूरत नहीं। इसीलिए मैंने कहा था कि आप जवाब दो या ना दो, आप रहे। लेकिन ये सवाल जरूरी था, समझने वाले समझ जाएंगे। समझ दे भी दिया जवाब, समझने वाले समझ जाएंगे। सर
महाराष्ट्र से पढ़ता हूँ मैं। हमारा जो ऑनियन का जो पैच का जो खेती करते हैं हमारे इधर लोग, तो एक्सपोर्ट ड्यूटी उन्होंने पहले 400 रुपये लगा, इधर कुछ भी महंगाई नहीं थी तभी भी, उसके बाद वो बढ़ा के 800 रुपये किया, उसके बाद एक्सपोर्ट डायरेक्ट बंद किया। 4000 मार्केट था तो डायरेक्ट 1000-1200 भी मार्केट हुआ। तो ऐसा कुछ आपका प्लानिंग है कि एक्सपोर्ट इंपोर्ट के बारे में सरकार में कोई दखल अंदाजी ना करे? देखिए, हमारी ये है, जब हम WTO की बात करते हैं ना, उसी के साथ साथ ये भी मांग है कि ये जो ऐसे आप कभी एक्सपोर्ट ड्यूटी इंपोर्ट ड्यूटी कम कर देते हो, कभी बढ़ा देते हो, जैसे आपने देखा पिछले समय बासमती के ऊपर भी ऐसा किया था। जब एक्सपोर्ट ड्यूटी बढ़ाई गई तो हमारे स्टेटों के अंदर जो किसानों की बासमती बिकनी थी उसके ऊपर एकदम ब्रेक लग गया। वो सस्ते में लूट ली, व्यापारी नहीं आया, उसके ऊपर रेट गिर गया। किसानों से जब लूट लिया गया उसके ऊपर उसी को एक्सपोर्ट ड्यूटी कम करके इसको बाहर भेज दिया। ये भी एक पॉलिसी कारपोरेट को फायदा पहुंचाने का प्रयास इन माध्यम से किया जा रहा है। मैं एक बात बता देता हूँ। एक रिपोर्ट है 14 लाख करोड़ रुपए का एक साल के अंदर किसानों को नुकसान हुआ, और इन्हीं ही स्कीमों से, इन्हीं ही नीतियों की वजह से किया गया। 14 लाख करोड़ का पूरे देश के किसान को एक साल में नुकसान कर देना, उसको उनको फसल का पूरा भाव ना देकर, और कभी एक्सपोर्ट ड्यूटी बढ़ा देनी, कभी कम कर देनी, और इसी तरह कभी इंपोर्ट ड्यूटी को कम कर देना, कभी उसको हटाने की बात करनी। ये सब इन माध्यमों से, इन तरीकों से किसानों को लूटा गया। और 14 लाख करोड़ रुपए की अमाउंट कोई कम नहीं होती, बहुत बड़ी अमाउंट हमारे लोगों की लूट ली, जबकि हमारे देश के किसान के सर पे केवल 18 लाख करोड़ कर्जा है। वो नहीं उतारने की कोई बात कर रहा, लेकिन किसानों से लूटा जा रहा है। और कोई सवाल ਅੱਜ ਦੀ ਮੀਟਿੰਗ ਜੇਕਰ ਸਹੀ ਨਹੀਂ ਨਿਕਲਦੀ, ਹੱਲ ਨਹੀਂ ਹੁੰਦਾ, ਤੇ ਕੱਲ ਅੰਦੋਲਨ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਰਹੂਗੀ? ਦੇਖੋ, ਇਹ ਤਾਂ ਅਸੀਂ ਪਹਿਲਾਂ ਤਾਂ ਇਹ ਲੈ ਕੇ ਜਾਵਾਂਗੇ ਕਿ ਹੱਲ ਹੋ ਜੀ। ਇਹ ਉਮੀਦ ਪਹਿਲਾਂ ਨਹੀਂ ਰੱਖਣੀ ਚਾਹੀਦੀ ਕਿ ਹੱਲ ਨਹੀਂ ਹੋਣਾ, ਲੇਕਿਨ ਇਹ ਜ਼ਰੂਰ ਹੈ ਕਿ ਸਾਡਾ ਦਿੱਲੀ ਵਾਲਾ ਪ੍ਰੋਗਰਾਮ ਐਜ਼ ਇਟ ਇਜ਼ ਕਾਇਮ ਹੈ। ਆਪ ਸਭ ਨੂੰ ਇਸ ਗੱਲ ਦਾ ਮੇਰਾ ਖਿਆਲ ਹੈ ਧਿਆਨ ਹੋਏਗਾ। ਅਗਰ ਅਸੀਂ ਇੱਥੇ ਜੰਮ ਕੇ ਬੈਠਣਾ ਹੁੰਦਾ ਸੀ, ਅੱਜ ਨੂੰ ਸਟੇਜ ਲਾ ਦਿੰਦੇ, ਅਸੀਂ ਜੰਮ ਕੇ बैठ जाते, लेकिन वो साडा दिमाग उत्थे ही है। लेकिन ये मैं जो आपका सवाल है, भारत सरकार को ये मैं निवेदन करना चाह रहा हूँ, या तो समस्याओं का हल करें। अगर उनको लगता है फिर हमें दिल्ली के अंदर जगह प्रोवाइड करवाएं। ये किसी तरह का भी, हमारी भी कोई भावना ये नहीं है कि हम किसी तरह का कोई कन्फ्लिक्ट पैदा करें, वो हमारी भावना ना है, ना कभी होगी। सर, कर्ज माफी पे एक सवाल, इसके पहले 2-3 बार कर्ज माफी हुई है, पर वो जो नियम लगाते 1 हेक्टर 2 हेक्टर, और जो गरीब किसान रहते हैं जिसका 3 हेक्टर 4 हेक्टर खेती है, वो अभी तक उनको कभी माफी नहीं मिली। बहुत बढ़िया सवाल है। वो अब जो आंदोलन चल रहा है, इन दोनों फोरमों में जो लोग हैं वो ये कहने वाले हैं कि पूरे देश के किसानों की कर्ज मुक्ति होनी चाहिए। क्यों? क्योंकि किसानों के ऊपर कर्ज का मेन कारण क्या है कि किसानों को उनकी फसलों का भाव पूरा नहीं मिला, इसी वजह से कर्ज हुआ उनके ऊपर। अगर कर्ज की वजह ये है कि उनको फसल का भाव पूरा ना मिलने की वजह से कर्ज हुआ है, तो जिस भी किसान, जिसको ये बड़ा किसान कह देते हैं, उसने ज़्यादा फसल बेची है, उसको वो घाटा ज़्यादा सहन करना पड़ा है, उसका नुकसान ज़्यादा हुआ है। इसके लिए ये हमारी मांग है कि पूरे के पूरे सभी किसानों का संपूर्ण कर्ज मुक्त किया जाए। मीडिया में एक बवाल हो रहा है सर, मीडिया में एक बवाल हो रहा है कि अभी पंतप्रधान का जो अभी चुनाव होने वाले हैं, इसके मद्देनजर रखते हुए आपका आंदोलन है। देखिए, 2 साल से हमारे मांग पत्र सरकार के टेबल के ऊपर लगातार जा रहे हैं, कभी डिप्टी कमिश्नर साहबानों के माध्यम से, कभी हमारे गवर्नर के माध्यम से, कभी हमारे मुख्यमंत्री के माध्यम से, कभी सीधा राष्ट्रपति के माध्यम से भेजा गया। जब हमने वो भेजे हैं, सरकार को 2 साल पहले ही इनके ऊपर संज्ञान ले लेना चाहिए था, नहीं संज्ञान लिया। और अब आता है, हमने ये ऐलान जो आज हम बैठे हैं, इसका ऐलान 7 नवंबर 2023 में किया है। तब से लेकर आज तक बैठकर सरकार इसका संज्ञान ले लेती, इन समस्याओं का समाधान कर देती, तो हमें यहाँ क्यों आना पड़ता है? अगर नहीं किया
उड़ीकते हम ऐसे हालात में फंसे हैं। सवाल हमारा, आपके सवाल का जवाब ये मैं क्लियरली देना चाह रहा हूँ, एसकेएम नॉन पॉलिटिकल है। इसका किसी तरह का भी पॉलिटिक्स करना कोई मंतव्य नहीं है। किसी तरह किसी भी फोरम का, मैं एक ही नहीं बात कर रहा, मैं सभी की बात कर रहा हूँ, दूसरे फोरम की बात करता हूँ। इन दोनों फोरमों की भावना राजनीति करना नहीं है, किसी को हराना, किसी को जिताना हमारी भावना नहीं है। हमारी भावना तो सिर्फ एक ही है कि भाई हमारी मांग मानो। कोड ऑफ कंडक्ट लगने से पहले सरकार हमारी मांगे मान ले, हमें क्या दिक्कत है, हम जब वापस घर चले जाएंगे। हाँ, ये जरूर है कि कोड ऑफ कंडक्ट लगाने की उन हालातों में सरकार जानबूझकर ले जाकर हमें बदनाम करने के लिए ये जरूर कर सकती है कि देखिए कोड ऑफ कंडक्ट लग गया जी, अब यहाँ पर बैठे क्या करते हैं। अब तो ये सीधी सीधी राजनीति कर रहे हैं, तो हमारा राजनीति करना कोई पर्पज नहीं है। धन्यवाद।